ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਤੇ ਮੈਂ ਸੁਰਪ੍ਰੀਤ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ਾਂ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਲਾਸ ਐਂਜਲਸ 'ਚ ਹੰਗਾਮਾ, ਪੁਲਿਸ ਤੇ ਸੁੱਟੇ ਗਏ ਪਟਾਕੇ ਤੇ ਪੱਥਰ, ਟਰੰਪ ਦੀ ਚੇਤਾਵਨੀ। ਕੋਰੋਨਾ ਤੋਂ ਵੀ ਬੱਤਰ ਹੋਣਗੇ ਹਾਲਾਤ, ਅਮਰੀਕੀ ਮਾਹਰ ਨੇ ਐਗਰੋ ਟੈਰਰਿਜ਼ਮ ਤੇ ਦਿੱਤੀ ਵੱਡੀ ਚੇਤਾਵਨੀ। ਪੰਜਾਬ ਵੱਲ ਫਿਰ ਭੇਜੇ ਗਏ ਪਾਕਿਸਤਾਨੀ ਡਰੋਨ, ਦਰਜਨਾਂ ਡਰੋਨ ਵੇਖ ਸਹਿਮੇ ਲੋਕ। ਜਾਸੂਸੀ ਦੇ ਦੋਸ਼ 'ਚ ਗ੍ਰਿਫਤਾਰ ਯੂਟਿਊਬਰ ਜਸਬੀਰ ਸਿੰਘ ਦੇ ਹੈਰਾਨਕੁਨ ਖੁਲਾਸੇ। ਨਸ਼ਾ ਤਸਕਰਾਂ ਲਈ AI ਸੰਚਾਲਿਤ ਡਾਟਾਬੇਸ ਕੀਤਾ ਜਾ ਰਿਹਾ ਤਿਆਰ, ਗ੍ਰਿਫਤਾਰ ਵਿਅਕਤੀਆਂ ਦਾ ਰੱਖਿਆ ਜਾਵੇਗਾ ਵੇਰਵਾ। ਅੱਜ ਤੋਂ ਅਮਰੀਕਾ ਵਿੱਚ 12 ਦੇਸ਼ਾਂ ਦੇ ਨਾਗਰਿਕਾਂ ਦੇ ਦਾਖਲੇ ਤੇ ਪਾਬੰਦੀ, 7 ਹੋਰ ਦੇਸ਼ਾਂ ਤੇ ਅੰਸ਼ਕ ਪਾਬੰਦੀ। ਹੁਣ ਇਹਨਾਂ ਖਬਰਾਂ ਦਾ ਵਿਸਥਾਰ, ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਲਾਸ ਐਂਜਲਸ ਦੀਆਂ ਸੜਕਾਂ ਤੇ ਚੱਲ ਰਹੀ ਹਲਚਲ ਹੁਣ ਅਮਰੀਕੀ ਰਾਜਨੀਤੀ ਵਿੱਚ ਗਰਮਾਹਟ ਪੈਦਾ ਕਰ ਰਹੀ ਹੈ। ਇਮੀਗ੍ਰੇਸ਼ਨ ਰੇਡਾਂ ਦੇ ਖਿਲਾਫ ਸ਼ੁਰੂ ਹੋਏ ਸ਼ਾਂਤਮਈ ਪ੍ਰਦਰਸ਼ਨ ਹੁਣ ਹਿੰਸਕ ਹੋਣ ਲੱਗ ਪਏ ਹਨ। ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਕਾਰਵਾਈ ਦੇ ਵਿਰੋਧ 'ਚ ਪਿਛਲੇ 2 ਦਿਨਾਂ ਤੋਂ ਚੱਲ ਰਹੇ ਪ੍ਰਦਰਸ਼ਨ ਹਿੰਸਾ ਵਿੱਚ ਬਦਲ ਗਏ ਹਨ। ਐਤਵਾਰ ਸਵੇਰੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਤੇ ਪੱਥਰਾਂ ਅਤੇ ਪਟਾਕੇ ਵੀ ਸੁੱਟੇ। ਇਸ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾ ਸਿਰਫ ਪ੍ਰਦਰਸ਼ਨਕਾਰੀਆਂ ਨੂੰ ਸਖਤ ਚੇਤਾਵਨੀ ਦਿੱਤੀ, ਸਗੋਂ 2000 ਨੈਸ਼ਨਲ ਗਾਰਡ ਜਵਾਨ ਵੀ ਤੈਨਾਤ ਕਰ ਦਿੱਤੇ ਹਨ। ਪ੍ਰਦਰਸ਼ਨ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ US ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਨੇ ਲਾਸ ਐਂਜਲਸ ਵਿੱਚ ਛਾਪੇ ਮਾਰੇ। ਇਸ ਦੇ ਜਵਾਬ ਵਜੋਂ ਨਾਗਰਿਕ ਸਮੂਹਾਂ ਨੇ ਮਾਰੀਆਚੀ ਪਲਾਜ਼ਾ ਤੋਂ ਡਾਊਨਟਾਊਨ LA ਦੇ ਫੈਡਰਲ ਡਿਟੈਂਸ਼ਨ ਸੈਂਟਰ ਤੱਕ ਰੋਸ ਮਾਰਚ ਕੱਢਿਆ, ਜਿਸ ਦੌਰਾਨ ICE ਆਊਟ ਆਫ LA ਵਰਗੇ ਨਾਅਰੇ ਲਗਾਏ ਗਏ। ਹਾਲਾਤ ਹੋਰ ਵਿਗੜ ਗਏ ਜਦੋਂ ਨੈਸ਼ਨਲ ਗਾਰਡ ਦੇ ਜਵਾਨਾਂ ਨੇ ਬਿਨਾਂ ਚੇਤਾਵਨੀ ਦੇ ਆਂਸੂ ਗੈਸ ਅਤੇ ਪੇਪਰ ਬੋਲ ਛੱਡੇ। ਚਸ਼ਮਦੀਦਾ ਦੇ ਮੁਤਾਬਕ ਸੜਕਾਂ ਤੇ ਗੈਸ ਦਾ ਘਣਾ ਧੂਆਂ ਫੈਲ ਗਿਆ, ਜਿਸ ਕਾਰਨ ਪ੍ਰਦਰਸ਼ਨਕਾਰੀਆਂ ਨੇ ਇੱਧਰ-ਉੱਧਰ ਦੌੜਨਾ ਸ਼ੁਰੂ ਕਰ ਦਿੱਤਾ। ਲਾਸ ਐਂਜਲਸ ਪੁਲਿਸ ਵਿਭਾਗ ਨੇ ਦੱਸਿਆ ਕਿ ਸ਼ਨੀਵਾਰ ਨੂੰ 27 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਹੜੇ ਕਾਨੂੰਨੀ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ ਸਨ ਅਤੇ ਇਲਾਕੇ ਵਿੱਚ ਰੁਕੇ ਰਹੇ। ਹਾਲਾਂਕਿ ਪੁਲਿਸ ਬੁਲਾਰੇ ਨੋਰਮਾ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਘੱਟ ਜ਼ਖਮੀ ਕਰਾਰ ਦੇ ਜ਼ੋਰ ਦਾ ਇਸਤੇਮਾਲ ਕੀਤਾ ਗਿਆ ਹੈ ਕਿ ਨਹੀਂ। ਅਮਰੀਕੀ ਉਪ ਰਾਸ਼ਟਰਪਤੀ JD ਵੈਂਸ ਨੇ ਇਨ੍ਹਾਂ ਪ੍ਰਦਰਸ਼ਨਾਂ ਨੂੰ ਬਗਾਵਤ ਕਿਹਾ, ਜਦਕਿ ਰਾਸ਼ਟਰਪਤੀ ਦੇ ਸੀਨੀਅਰ ਸਲਾਹਕਾਰ ਸਟੀਫਨ ਮਿਲਰ ਨੇ ਇਸ ਨੂੰ ਹਿੰਸਕ ਬਗਾਵਤ ਵਜੋਂ ਦਰਸਾਇਆ। ਇਹ ਦਿਖਾਉਂਦਾ ਹੈ ਕਿ ਸਰਕਾਰ ਇਸ ਅੰਦੋਲਨ ਨੂੰ ਸਿਰਫ ਵਿਰੋਧ ਨਹੀਂ ਬਲਕਿ ਖਤਰੇ ਵਜੋਂ ਦੇਖ ਰਹੀ ਹੈ। ਹਾਲਾਂਕਿ ਬਗਾਵਤ ਅਧਿਨਿਯਮ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ, ਪਰ ਸੰਕੇਤ ਸਾਫ਼ ਹਨ। ਰਾਸ਼ਟਰਪਤੀ ਟਰੰਪ ਨੇ 1807 ਦਾ ਬਗਾਵਤ ਅਧਿਨਿਯਮ ਅਜੇ ਤੱਕ ਲਾਗੂ ਨਹੀਂ ਕੀਤਾ, ਜੋ ਉਹਨਾਂ ਨੂੰ ਸੈਨਿਕ ਬਲ ਦੀ ਮਦਦ ਨਾਲ ਦੇਸ਼ ਵਿੱਚ ਸ਼ਾਂਤੀ ਬਣਾਈ ਰੱਖਣ ਦਾ ਅਧਿਕਾਰ ਦਿੰਦਾ ਹੈ। ਪਰ ਜਦੋਂ ਪੱਤਰਕਾਰਾਂ ਨੇ ਇਸ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ, ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਕੀ ਇਹ ਬਗਾਵਤ ਹੈ। ਅਸੀਂ ਕੱਲ ਰਾਤ LA ਦੀ ਸਥਿਤੀ ਨਜ਼ਦੀਕਿਓਂ ਵੇਖੀ, ਉੱਥੇ ਹਿੰਸਾ ਹੋਈ ਸੀ। ਸਥਿਤੀ ਹੋਰ ਵੀ ਬੱਤਰ ਹੋ ਸਕਦੀ ਸੀ। ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ ਨੇ ਵੀ ਚੇਤਾਵਨੀ ਦਿੱਤੀ ਕਿ ਜੇ ਹਿੰਸਾ ਰੁਕਦੀ ਨਹੀਂ ਤਾਂ ਸਖਤ ਡਿਊਟੀ ਤੇ ਮੌਜੂਦ ਸੈਨਾ ਨੂੰ ਵੀ ਬੁਲਾਇਆ ਜਾ ਸਕਦਾ ਹੈ। ਉਹਨਾਂ ਨੇ ਕਿਹਾ, ਕੈਂਪ ਪੈਡਲਟਨ ਵਿੱਚ ਤੈਨਾਤ ਮਰੀਨ ਜਵਾਨ ਹਾਈ ਅਲਰਟ ਤੇ ਹਨ। ਮੈਕਸੀਕੋ ਦੀ ਰਾਸ਼ਟਰਪਤੀ ਕਲੋਡੀਆ ਨੇ ਵੀ ਆਪਣੇ ਦੇਸ਼ ਦੇ ਉਹਨਾਂ ਨਾਗਰਿਕਾਂ ਦਾ ਦ੍ਰਿੜ ਸੁਰੱਖਿਆ ਨਾਲ ਬਚਾਅ ਕੀਤਾ ਜੋ ਅਮਰੀਕਾ ਵਿੱਚ ਰਹਿ ਰਹੇ ਹਨ। ਉਹਨਾਂ ਨੇ ਕਿਹਾ, ਉਹ ਲੋੜ ਮੱਦੇਨਜ਼ਰ ਪ੍ਰਵਾਸ ਕਰਦੇ ਹਨ, ਉਹ ਕੋਈ ਅਪਰਾਧੀ ਨਹੀਂ ਹਨ। ਰਾਸ਼ਟਰਪਤੀ ਸ਼ੈਨਬੋਮ ਨੇ ਇਹ ਵੀ ਵਾਅਦਾ ਕੀਤਾ ਕਿ ਜੋ ਵੀ ਪ੍ਰਵਾਸੀ ਆਪਣੇ ਦੇਸ਼ ਵਾਪਸ ਜਾਣਾ ਚਾਹੁੰਦੇ ਹਨ, ਸਰਕਾਰ ਉਹਨਾਂ ਨੂੰ ਹਰ ਸੰਭਵ ਮਦਦ ਦੇਵੇਗੀ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਾਨਵ ਅਧਿਕਾਰਾਂ ਦਾ ਸਦਾ ਸਤਿਕਾਰ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ FBI ਕਸ਼ ਪਟੇਲ ਨੇ FBI ਦੇ ਅਧਿਕਾਰੀ ਕਸ਼ ਪਟੇਲ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਅਗਰ ਕਿਸੇ ਪੁਲਿਸ ਅਧਿਕਾਰੀ ਦੇ ਉੱਤੇ ਹਮਲਾ ਹੁੰਦਾ ਹੈ ਤਾਂ ਉਸ ਪ੍ਰਦਰਸ਼ਨਕਾਰੀ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਏਗਾ। ਅਮਰੀਕਾ ਚੀਨੀ ਮਾਮਲਿਆਂ ਦੇ ਇੱਕ ਪ੍ਰਮੁੱਖ ਮਾਹਰ ਨੇ ਬੀਜਿੰਗ ਨਾਲ ਪੂਰੀ ਤਰ੍ਹਾਂ ਸਾਰੇ ਸਬੰਧ ਤੋੜਨ ਦੀ ਮੰਗ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੇਸ਼ ਤੇਜ਼ੀ ਨਾਲ ਕਾਰਵਾਈ ਨਹੀਂ ਕਰਦਾ ਤਾਂ ਇਸ ਨੂੰ ਕੋਰੋਨਾ ਤੋਂ ਵੀ ਭੈੜੇ ਖਤਰੇ ਦਾ ਸਾਹਮਣਾ ਕਰਨਾ ਪਵੇਗਾ। ਮਾਹਰ ਦਾ ਇਹ ਬਿਆਨ 2 ਚੀਨੀ ਨਾਗਰਿਕਾਂ ਨੂੰ ਅਮਰੀਕਾ ਵਿੱਚ ਇੱਕ ਜ਼ਹਿਰੀਲੀ ਉਲੀ ਦੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਆਇਆ ਹੈ। ਅਮਰੀਕਾ 'ਚ ਫੰਗਸ ਦੀ ਤਸਕਰੀ ਹਾਲ ਹੀ ਵਿੱਚ ਯੂਨਕਿੰਗ ਜਿਆਨ ਅਤੇ ਜੂਨ ਯੋਂਗ ਲਿਊ ਨਾਮ ਦੇ 2 ਚੀਨੀ ਨਾਗਰਿਕਾਂ ਨੂੰ ਅਮਰੀਕਾ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਤੇ ਅਮਰੀਕਾ ਵਿੱਚ ਇੱਕ ਬਹੁਤ ਹੀ ਖਤਰਨਾਕ ਫੰਗਸ ਦੀ ਤਸਕਰੀ ਕਰਨ ਦਾ ਦੋਸ਼ ਹੈ।
ਜੋ ਫਸਲਾਂ ਨੂੰ ਖਰਾਬ ਕਰ ਸਕਦਾ ਹੈ। ਦੋਵਾਂ ਚੀਨੀ ਨਾਗਰਿਕਾਂ ਨੂੰ ਸਾਜ਼ਿਸ਼, ਅਮਰੀਕਾ ਵਿੱਚ ਤਸਕਰੀ, ਝੂਠੇ ਬਿਆਨ ਦੇਣ ਅਤੇ ਵੀਜ਼ਾ ਧੋਖਾਧੜੀ ਦੇ ਦੋਸ਼ਾਂ ਦੇ ਵਿਚਕਾਰ ਗ੍ਰਿਫਤਾਰ ਕੀਤਾ ਗਿਆ। ਚੀਨੀ ਕਮਿਊਨਿਸਟ ਪਾਰਟੀ ਦੀਆਂ ਗਤੀਵਿਧੀਆਂ ਦੇ ਇੱਕ ਪ੍ਰਮੁੱਖ ਵਿਸ਼ਲੇਸ਼ਕ ਗੋਰਡਨ ਜੀ ਚਾਂਗ ਨੇ ਕਿਹਾ ਕਿ ਇਹ ਅਮਰੀਕਾ ਤੇ ਹਮਲਾ ਹੈ। ਯੂਨ ਕਿੰਗ ਜਿਆਨ ਅਤੇ ਜੂਨ ਯੋਂਗ ਲਿਊ ਦੀ ਗ੍ਰਿਫਤਾਰੀ ਤੋਂ ਬਾਅਦ ਫੌਕਸ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਚਾਂਗ ਨੇ ਚੇਤਾਵਨੀ ਦਿੱਤੀ ਕਿ ਇਹ ਘਟਨਾ ਡੂੰਗੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀ ਹੈ। ਉਹਨਾਂ ਨੇ ਕਿਹਾ ਕਿ ਇਹ ਚੀਨ ਵੱਲੋਂ ਅਮਰੀਕਾ ਨੂੰ ਅੰਦਰੋਂ ਅਸਥਿਰ ਕਰਨ ਦੇ ਇੱਕ ਗੁਪਤ ਮਿਸ਼ਨ ਵਾਂਗ ਹੈ ਅਤੇ ਇਸ ਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਚੀਨ ਦੇ ਨਾਲ ਸੰਬੰਧ ਤੋੜਨਾ ਹੈ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਵਿੱਚ ਗ੍ਰਿਫਤਾਰ ਕੀਤੇ ਗਏ ਚੀਨੀ ਨਾਗਰਿਕਾਂ ਤੇ ਫੁਸਾਰੀਅਮ ਗ੍ਰਾਮੀਨੀਰੀਅਮ ਨਾਮਕ ਇੱਕ ਖਤਰਨਾਕ ਫੰਗਸ ਦੀ ਤਸਕਰੀ ਕਰਨ ਦਾ ਦੋਸ਼ ਹੈ, ਜੋ ਕਣਕ, ਜੌ ਅਤੇ ਮੱਕੀ ਵਰਗੀਆਂ ਅਨਾਜ ਫਸਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਹ ਫਸਲਾਂ ਦੇ ਵਿੱਚ ਫੁਸਾਰੀਅਮ ਹੈਂਡ ਬਲਾਈਟ ਜਾਂ ਸਕੈਬ ਨਾਮਕ ਇੱਕ ਬਿਮਾਰੀ ਦਾ ਕਾਰਨ ਬਣਦੀ ਹੈ। ਜੇਕਰ ਇਹ ਬਿਮਾਰੀ ਫਸਲ ਨੂੰ ਪ੍ਰਭਾਵਿਤ ਕਰਦੀ ਹੈ ਤਾਂ ਅਨਾਜ ਦੀ ਗੁਣਵੱਤਾ ਵਿਗੜ ਜਾਂਦੀ ਹੈ ਅਤੇ ਫਸਲ ਦੀ ਪੈਦਾਵਾਰ ਵਿੱਚ ਵੀ ਭਾਰੀ ਗਿਰਾਵਟ ਆਉਂਦੀ ਹੈ। ਇਸ ਤੋਂ ਇਲਾਵਾ ਅਮਰੀਕੀ ਕਾਨੂੰਨ ਵਿਭਾਗ ਦੇ ਅਨੁਸਾਰ ਵਿਗਿਆਨੀਆਂ ਨੇ ਇਸ ਫੰਗਸ ਨੂੰ ਖੇਤੀਬਾੜੀ ਅਤੇ ਭੋਜਨ ਸੁਰੱਖਿਆ ਲਈ ਇੱਕ ਵੱਡਾ ਖਤਰਾ ਮੰਨਿਆ ਹੈ ਅਤੇ ਵਿਗਿਆਨੀਆਂ ਨੇ ਇਸ ਦੀ ਵਰਤੋਂ ਨੂੰ ਖੇਤੀ ਅੱਤਵਾਦ ਯਾਨੀ ਕਿ ਖੇਤੀਬਾੜੀ ਅੱਤਵਾਦ ਕਿਹਾ ਹੈ। ਇਸ ਫੰਗਸ 'ਚ ਭੋਜਨ ਦੀ ਕਮੀ, ਆਰਥਿਕ ਸੰਕਟ ਅਤੇ ਗੰਭੀਰ ਸਿਹਤ ਪ੍ਰਭਾਵਾਂ ਨੂੰ ਸ਼ੁਰੂ ਕਰਨ ਦੀ ਸਮਰੱਥਾ ਹੈ, ਜਿਸ 'ਚ ਜਿਗਰ ਦੇ ਨੁਕਸਾਨ ਤੋਂ ਲੈ ਕੇ ਪ੍ਰਜਨਨ ਸਮੱਸਿਆਵਾਂ ਸ਼ਾਮਲ ਹਨ। ਸੋ ਇਸ ਵਿੱਚ ਅਮਰੀਕਾ ਨੂੰ ਕਿਤੇ ਨਾ ਕਿਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਸੀ। ਗ੍ਰਿਫਤਾਰ ਕੀਤੇ ਗਏ ਚੀਨੀ ਨਾਗਰਿਕਾਂ ਨੇ ਪਹਿਲਾਂ ਆਪਣੇ ਦੇਸ਼ ਵਿੱਚ ਇਸ ਫੰਗਸ ਤੇ ਕੰਮ ਕੀਤਾ ਸੀ ਅਤੇ ਇਸ ਨੂੰ ਅਮਰੀਕਾ ਲਿਆਉਣ ਤੋਂ ਬਾਅਦ ਕਥਿਤ ਤੌਰ ਤੇ ਇਸ ਤੇ ਗੈਰ ਕਾਨੂੰਨੀ ਖੋਜ ਕੀਤੀ ਸੀ। ਚਾਂਗ ਨੇ ਕਿਹਾ ਕਿ ਇਹ ਮਾਮਲਾ ਸਿਰਫ ਜੈਵਿਕ ਤਸਕਰੀ ਦੀ ਘਟਨਾ ਨਹੀਂ ਹੈ, ਸਗੋਂ ਇਹ ਮਾਓਵਾਦੀ ਸਿਧਾਂਤ ਤੇ ਆਧਾਰਿਤ ਇੱਕ ਵਿਆਪਕ ਲੋਕ ਯੁੱਧ ਰਣਨੀਤੀ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਦੁਸ਼ਮਣਾਂ ਨੂੰ ਰਾਜਨੀਤਿਕ, ਆਰਥਿਕ ਅਤੇ ਮਨੋਵਿਗਿਆਨਕ ਤੌਰ ਤੇ ਕਮਜ਼ੋਰ ਅਤੇ ਅਸਥਿਰ ਕਰਨਾ ਹੈ। ਗੋਰਡਨ ਜੀ ਚਾਂਗ ਨੇ ਕਿਹਾ ਕਿ ਜੇਕਰ ਅਸੀਂ ਤਿਆਰੀ ਅਤੇ ਦ੍ਰਿੜਤਾ ਨਾਲ ਆਪਣਾ ਬਚਾਅ ਨਹੀਂ ਕਰਦੇ ਤਾਂ ਅਸੀਂ ਸੱਚਮੁੱਚ ਬਹੁਤ ਮੁਸੀਬਤ ਵਿੱਚ ਹੋਵਾਂਗੇ। ਨਾ ਸਿਰਫ ਕਰੋਨਾ, ਨਾ ਸਿਰਫ ਫੈਂਟਨਲ, ਸਗੋਂ ਇਸ ਤੋਂ ਵੀ ਭੈੜੀ ਚੀਜ਼ ਦੁਆਰਾ ਪ੍ਰਭਾਵਿਤ ਹੋਣ ਦਾ ਖਤਰਾ ਹੈ। ਇਸ ਦੌਰਾਨ ਚੀਨ ਦੇ ਨਾਲ ਸਾਰੇ ਕੂਟਨੀਤਿਕ ਅਤੇ ਅਕੈਡਮਿਕ ਸਬੰਧਾਂ ਦੀ ਸਮੀਖਿਆ ਕਰਨ ਦੀ ਚਾਂਗ ਦੀ ਅਪੀਲ ਜੈਵਿਕ ਸੁਰੱਖਿਆ ਕਮਜ਼ੋਰੀਆਂ ਅਤੇ ਅਮਰੀਕੀ ਸੰਸਥਾਵਾਂ ਵਿੱਚ ਵਿਦੇਸ਼ੀ ਘੁਸਪੈਠ ਬਾਰੇ ਵੱਧਦੀਆਂ ਚਿੰਤਾਵਾਂ ਵੱਲ ਧਿਆਨ ਖਿੱਚਦੀ ਹੈ। ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਰਾਤ ਨੂੰ ਫਿਰ ਦਰਜਨਾਂ ਸ਼ੱਕੀ ਡਰੋਨ ਵੇਖੇ ਗਏ, ਜਿਸ ਨਾਲ ਲੋਕ ਦਹਿਸ਼ਤ ਵਿੱਚ ਆ ਗਏ। ਦੁਪਹਿਰ ਨੂੰ ਕਠੂਆ ਵਿੱਚ ਉਪ ਰਾਜਪਾਲ ਮਨੋਜ ਸਿਨਹਾ ਦਾ ਦੌਰਾ ਸ਼ਾਂਤੀਪੂਰਨ ਤਰੀਕੇ ਨਾਲ ਖਤਮ ਹੋਣ ਤੋਂ ਕੁਝ ਘੰਟਿਆਂ ਬਾਅਦ ਰਾਤ 9 ਵਜੇ ਦੇ ਕਰੀਬ ਸਰਹੱਦ ਤੇ ਹੀਰਾ ਨਗਰ ਤੋਂ ਕਠੂਆ ਜ਼ਿਲ੍ਹੇ ਦੇ ਹੈੱਡਕੁਆਰਟਰ ਤੱਕ ਸਥਾਨਕ ਲੋਕਾਂ ਨੇ ਦਰਜਨਾਂ ਸ਼ੱਕੀ ਡਰੋਨ ਦੇਖੇ। ਹੀਰਾ ਨਗਰ ਵਿਖੇ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਭਾਰਤੀ ਪਿੰਡ ਮਨਿਆਰੀ ਦੇ ਲੋਕਾਂ ਨੇ ਆਸਮਾਨ ਵਿੱਚ 4 ਸ਼ੱਕੀ ਡਰੋਨ ਉੱਡਦੇ ਦੇਖੇ, ਜਦਕਿ ਉਸੇ ਸਮੇਂ ਸਥਾਨਕ ਲੋਕਾਂ ਨੇ ਕਠੂਆ ਜ਼ਿਲ੍ਹਾ ਹੈੱਡਕੁਆਰਟਰ ਦੇ ਵਾਰਡ ਨੰਬਰ 13 ਵਿੱਚ ਚਕੰਦਰ ਫੀਡਰ ਦੇ ਨੇੜੇ ਇੱਕ ਦਰਜਨ ਤੋਂ ਵੱਧ ਸ਼ੱਕੀ ਡਰੋਨ ਵੀ ਆਸਮਾਨ ਵਿੱਚ ਉੱਡਦੇ ਦੇਖੇ। ਆਸਮਾਨ ਵਿੱਚ ਉੱਡਦੇ ਡਰੋਨ ਕਠੂਆ ਦੇ ਹੇਠਲੇ ਇਲਾਕਿਆਂ ਤੋਂ ਆਉਂਦੇ ਅਤੇ ਪੰਜਾਬ ਵੱਲ ਜਾਂਦੇ ਦੇਖੇ ਗਏ। ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ ਯੂਟਿਊਬਰ ਜਸਬੀਰ ਸਿੰਘ ਤੋਂ ਪੁੱਛਗਿੱਛ ਦੌਰਾਨ ਕਈ ਹੈਰਾਨੀਜਨਕ ਖੁਲਾਸੇ ਸਾਹਮਣੇ ਆਏ ਹਨ। ਜਸਬੀਰ ਸਿੰਘ ਫਿਲਹਾਲ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ 2 ਦਿਨਾਂ ਪੁਲਿਸ ਰਿਮਾਂਡ ਤੇ ਹੈ। ਪੁੱਛਗਿੱਛ ਦੌਰਾਨ ਜਸਬੀਰ ਦੀ ਜਿਸ ਮਹਿਲਾ ਮਿੱਤਰ ਦਾ ਨਾਂ ਸਾਹਮਣੇ ਆਇਆ ਸੀ, ਉਸ ਨੂੰ ਵੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਪੁੱਛਗਿੱਛ ਲਈ ਬੁਲਾਇਆ ਤੇ ਕਈ ਘੰਟਿਆਂ ਤੱਕ ਉਸ ਤੋਂ ਪੁੱਛਗਿੱਛ ਕੀਤੀ ਗਈ। ਸੂਤਰਾਂ ਅਨੁਸਾਰ ਜਲੰਧਰ ਦੀ ਰਹਿਣ ਵਾਲੀ 32 ਸਾਲ ਦੀ ਇਸ ਮਹਿਲਾ ਮਿੱਤਰ ਨੇ ਦੱਸਿਆ ਕਿ ਜਸਬੀਰ ਸਿੰਘ ਉਸ ਨੂੰ ਦਿੱਲੀ 3 ਤੋਂ 4 ਵਾਰ ਲੈ ਕੇ ਗਿਆ ਸੀ ਅਤੇ ਉੱਥੇ ਕਈ ਲੋਕਾਂ ਨਾਲ ਮਿਲਵਾਇਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਮਹਿਲਾ ਮਿੱਤਰ ਪਾਕਿਸਤਾਨ ਡੇ ਦੇ ਪ੍ਰੋਗਰਾਮ 'ਚ ਵੀ ਜਸਬੀਰ ਦੇ ਨਾਲ ਸ਼ਾਮਲ ਹੋਈ ਸੀ। ਸੂਤਰਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ 'ਚ ਸਿਰਫ ਡਿਜੀਟਲ ਸੱਦਾ ਪੱਤਰ ਵਾਲਿਆਂ ਨੂੰ ਹੀ ਅੰਦਰ ਆਉਣ ਦੀ ਇਜਾਜ਼ਤ ਸੀ, ਪਰ ਦਾਨਿਸ਼ ਨਾਲ ਨੇੜਤਾ ਕਾਰਨ ਜਸਬੀਰ ਨੂੰ ਦਾਖਲੇ ਦੀ ਇਜਾਜ਼ਤ ਮਿਲ ਗਈ ਸੀ, ਜਿਸ ਕਾਰਨ ਉਹ ਆਪਣੀ ਮਹਿਲਾ ਮਿੱਤਰ ਨੂੰ ਵੀ ਪ੍ਰੋਗਰਾਮ 'ਚ ਨਾਲ ਲੈ ਗਿਆ ਸੀ। ਪੁਲਿਸ ਨੇ ਮਹਿਲਾ ਮਿੱਤਰ ਦੇ ਫੋਨ ਤੇ ਸੋਸ਼ਲ ਮੀਡੀਆ ਅਕਾਊਂਟਸ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਹੁਣ ਤੱਕ ਸਾਹਮਣੇ ਆਇਆ ਕਿ ਯੂਟਿਊਬਰ ਜਸਬੀਰ ਪਿਛਲੇ ਕਾਫੀ ਸਮੇਂ ਤੋਂ ਇਸ ਮਹਿਲਾ ਮਿੱਤਰ ਦੀ ਵਿੱਤੀ ਮਦਦ ਵੀ ਕਰ ਰਿਹਾ ਸੀ। ਇਹ ਫੰਡਿੰਗ ਕਿਉਂ ਤੇ ਕਿਸ ਦੇ ਕਹਿਣ ਤੇ ਕੀਤੀ ਜਾ ਰਹੀ ਹੈ, ਇਸ ਬਾਰੇ ਵੀ ਮਹਿਲਾ ਮਿੱਤਰ ਦੇ ਬੈਂਕ ਅਕਾਊਂਟਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਯੂਟਿਊਬਰ ਦੇ ਲੈਪਟਾਪ ਦੀ ਜਾਂਚ ਸਾਹਮਣੇ ਆਇਆ ਕਿ ISI ਏਜੰਟ ਨੇ 3 ਤੋਂ 4 ਐਪਲੀਕੇਸ਼ਨਸ ਡਾਊਨਲੋਡ ਕੀਤੀਆਂ ਸਨ। ਜੋਤੀ ਮਲਹੋਤਰਾ ਦੀ ਗ੍ਰਿਫਤਾਰੀ ਤੋਂ ਬਾਅਦ ਯੂਟਿਊਬਰ ਨੇ ਆਪਣੇ ਲੈਪਟਾਪ ਦੀਆਂ ਕਈ ਐਪਲੀਕੇਸ਼ਨਸ ਡਿਲੀਟ ਕਰ ਦਿੱਤੀਆਂ ਸਨ।
ਫੋਰੈਂਸਿਕ ਟੀਮ ਉਹਨਾਂ ਐਪਲੀਕੇਸ਼ਨਸ ਦਾ ਡਾਟਾ ਰਿਕਵਰ ਕਰਨ ਦੀ ਜੁਟੀ ਹੋਈ ਹੈ ਤੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੂੰ ਉਮੀਦ ਹੈ ਕਿ ਡਾਟਾ ਰਿਕਵਰ ਹੋਣ ਦੇ ਨਾਲ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਜਸਬੀਰ ਦੇ ਫੋਨ ਤੋਂ ਮਿਲੇ 150 ਪਾਕਿਸਤਾਨੀ ਸੰਪਰਕ ਨੰਬਰਾਂ ਚੋਂ ਜ਼ਿਆਦਾਤਰ ISI ਅਤੇ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਦੇ ਹਨ, ਜਿਨ੍ਹਾਂ ਦੇ ਨਾਲ ਜਸਬੀਰ ਸਿੰਘ ਗੱਲਬਾਤ ਕਰਦਾ ਸੀ। ਪੁੱਛਗਿੱਛ 'ਚ ਇਹ ਵੀ ਸਾਹਮਣੇ ਆਇਆ ਕਿ ਪਾਕਿਸਤਾਨ ਦੇ ਲੋਕ ਉਸ ਨੂੰ ਜ਼ਿਆਦਾਤਰ ਪਾਕਿਸਤਾਨ ਦੀਆਂ ਚੰਗੀਆਂ ਵੀਡੀਓਜ਼ ਪਾਉਣ ਤੇ ਉਹਨਾਂ ਦੀ ਵੱਧ ਤੋਂ ਵੱਧ ਪ੍ਰਮੋਸ਼ਨ ਕਰਨ ਲਈ ਕਹਿੰਦੇ ਸਨ। ਖਾਸ ਗੱਲ ਇਹ ਹੈ ਕਿ ਉਸ ਨੂੰ ਯੂਥ ਨੂੰ ਵੱਧ ਤੋਂ ਵੱਧ ਆਪਣੇ ਨਾਲ ਸ਼ਾਮਲ ਕਰਨ ਲਈ ਵੀ ਕਿਹਾ ਗਿਆ ਸੀ। ਜਾਂਚ ਇਹ ਵੀ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ਦਾ ਮੁੱਖ ਧਿਆਨ ਭਾਰਤ ਦੇ ਨੌਜਵਾਨਾਂ ਤੇ ਹੈ। ਸੂਤਰਾਂ ਅਨੁਸਾਰ ਜਾਂਚ ਸਾਹਮਣੇ ਆਇਆ ਕਿ ਦਾਨਿਸ਼ ਖਾਸ ਤੌਰ ਤੇ ਲੜਕੀਆਂ ਨੂੰ ਆਪਣੇ ਨਾਲ ਜ਼ਿਆਦਾ ਸ਼ਾਮਲ ਕਰਨ ਦੀ ਇੱਛਾ ਰੱਖਦਾ ਸੀ। ਪੰਜਾਬ ਪੁਲਿਸ ਨਸ਼ਾ ਤਸਕਰਾਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਸੰਚਾਲਿਤ ਡਾਟਾਬੇਸ ਤਿਆਰ ਕਰ ਰਹੀ ਹੈ। ਇਸ ਡਾਟਾਬੇਸ ਅਧੀਨ ਨਸ਼ੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀਆਂ ਸਾਰੀਆਂ ਗਤੀਵਿਧੀਆਂ ਦਾ ਵੇਰਵਾ ਰੱਖਿਆ ਜਾਵੇਗਾ, ਜਿਸ ਨੂੰ ਕਿਸੇ ਵੀ ਰਾਜ ਦੀ ਪੁਲਿਸ ਦੇਖ ਸਕੇਗੀ। ਇਸ ਡਾਟਾਬੇਸ ਵਿੱਚ ਇਹ ਜਾਣਕਾਰੀ ਸ਼ਾਮਲ ਹੋਵੇਗੀ ਕਿ ਨਸ਼ਾ ਤਸਕਰ ਕਿੰਨੀ ਵਾਰੀ ਜੇਲ੍ਹ ਗਿਆ, ਉਸ ਤੇ ਕਿੰਨੇ ਮਾਮਲੇ ਦਰਜ ਹਨ ਅਤੇ ਜੇ ਉਹ ਜ਼ਮਾਨਤ ਤੇ ਬਾਹਰ ਆਉਣ ਤੋਂ ਬਾਅਦ ਫਿਰ ਤੋਂ ਨਸ਼ਾ ਤਸਕਰੀ ਵਿੱਚ ਫੜਿਆ ਗਿਆ ਹੈ ਕਿ ਨਹੀਂ। ਇਹ ਸਾਰੀ ਜਾਣਕਾਰੀ ਉਪਲਬਧ ਰਹੇਗੀ। ਇਸ ਤੋਂ ਇਲਾਵਾ ਨਸ਼ੇੜੀਆਂ ਦਾ ਵੀ ਡਾਟਾਬੇਸ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਜੇ ਕੋਈ ਨਸ਼ੇੜੀ ਵਾਰ-ਵਾਰ ਫੜਿਆ ਜਾਂਦਾ ਹੈ ਅਤੇ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਲਈ ਸਾਰੇ ਯਤਨ ਨਾਕਾਮ ਰਹਿੰਦੇ ਹਨ ਤਾਂ ਇਸ ਦਾ ਕੀ ਕਾਰਨ ਹੈ। ਪੰਜਾਬ ਵਿੱਚ 2019 ਵਿੱਚ ਸੌਫਟਵੇਅਰ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਤਿਆਰ ਕੀਤਾ ਗਿਆ ਸੀ, ਜਿਸ ਦਾ ਹੁਣ ਨਸ਼ਿਆਂ ਖਿਲਾਫ ਮੁਹਿੰਮ ਵਿੱਚ ਉਪਯੋਗ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਅਗਲੇ ਪਿਛਲੇ ਸਬੰਧਾਂ ਦਾ ਵੀ ਪਤਾ ਲਗਾਇਆ ਜਾਵੇਗਾ, ਜਿਸ ਵਿੱਚ ਇਹ ਜਾਣਨਾ ਸ਼ਾਮਲ ਹੈ ਕਿ ਨਸ਼ਾ ਤਸਕਰੀ ਵਿੱਚ ਗ੍ਰਿਫਤਾਰ ਵਿਅਕਤੀ ਕਿਸ ਨਾਲ ਸੰਪਰਕ ਵਿੱਚ ਸੀ ਅਤੇ ਕੀ ਉਸਦੇ ਸਰਹੱਦ ਪਾਰ ਕਨੈਕਸ਼ਨ ਹਨ। ਪੰਜਾਬ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਚ ਵਿਗਿਆਨਕ ਜਾਂਚ ਤਕਨੀਕ ਦਾ ਉਪਯੋਗ ਕੀਤਾ, ਜਿਸ ਵਿੱਚ ਡਿਜੀਟਲ ਸਬੂਤ, ਸੰਗ੍ਰਹਿਤ ਜਾਣਕਾਰੀ ਅਤੇ ਵਿੱਤੀ ਟਰੈਕਿੰਗ ਸ਼ਾਮਲ ਹਨ। ਪੰਜਾਬ ਪੁਲਿਸ ਨੂੰ ਨਸ਼ਾ ਤਸਕਰੀ ਦੇ ਦੋਸ਼ੀਆਂ ਨੂੰ ਅਦਾਲਤਾਂ ਵਿੱਚ ਸਜ਼ਾ ਦਿਵਾਉਣ ਵਿੱਚ ਵੀ ਸਫਲਤਾ ਮਿਲ ਰਹੀ ਹੈ। ਪੁਲਿਸ ਵੱਲੋਂ 1205 ਮਾਮਲਿਆਂ ਵਿੱਚੋਂ 1085 ਵਿੱਚ ਦੋਸ਼ ਸਾਬਤ ਹੋਏ ਹਨ, ਜਿਸ ਦੀ ਸਜ਼ਾ ਦਰ 90% ਹੈ, ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਹੈ। ਪੰਜਾਬ ਪੁਲਿਸ ਦੀ ਨਸ਼ੇ ਖਿਲਾਫ ਮੁਹਿੰਮ ਨੂੰ ਸ਼ੁਰੂ ਕੀਤੇ ਹੋਏ ਸੋਮਵਾਰ ਨੂੰ 100 ਦਿਨ ਪੂਰੇ ਹੋ ਗਏ। ਡੀਜੀਪੀ ਵੱਲੋਂ ਪਹਿਲਾਂ ਹੀ ਪੁਲਿਸ ਅਧਿਕਾਰੀਆਂ ਨੂੰ ਕਿਹਾ ਗਿਆ ਸੀ ਕਿ ਜੇ ਕਿਸੇ ਜ਼ਿਲ੍ਹੇ ਵਿੱਚ ਨਸ਼ਾ ਤਸਕਰੀ ਪਾਈ ਜਾਂਦੀ ਹੈ ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਐਸਐਸਪੀ ਤੋਂ ਲੈ ਕੇ ਸੰਬੰਧਿਤ ਥਾਣੇ ਦੇ ਐਸਐਚਓ ਦੀ ਹੋਵੇਗੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 12 ਦੇਸ਼ਾਂ ਦੇ ਨਾਗਰਿਕਾਂ ਤੇ ਅਮਰੀਕਾ ਵਿੱਚ ਦਾਖਲ ਹੋਣ ਤੇ ਪਾਬੰਦੀ ਦਾ ਹੁਕਮ ਅੱਜ ਯਾਨੀ ਸੋਮਵਾਰ ਤੋਂ ਲਾਗੂ ਹੋ ਗਿਆ ਹੈ। ਟਰੰਪ ਦਾ ਕਹਿਣਾ ਹੈ ਕਿ ਉਹਨਾਂ ਨੇ ਇਹ ਕਦਮ ਅਮਰੀਕਾ ਨੂੰ ਵਿਦੇਸ਼ੀ ਅੱਤਵਾਦੀਆਂ ਤੋਂ ਬਚਾਉਣ ਦੇ ਲਈ ਚੁੱਕਿਆ ਹੈ। ਇਸ ਸੂਚੀ ਵਿੱਚ ਏਸ਼ੀਆ ਅਤੇ ਅਫਰੀਕਾ ਮਹਾਦੀਪ ਦੇ ਦੇਸ਼ ਸ਼ਾਮਲ ਹਨ। ਭਾਰਤ ਦੇ ਦੋ ਗੁਆਂਢੀ ਦੇਸ਼ ਵੀ ਟਰੰਪ ਦੀ ਯਾਤਰਾ ਪਾਬੰਦੀ ਦੇ ਦਾਇਰੇ ਵਿੱਚ ਹਨ। ਟਰੰਪ ਦੇ ਤਾਜ਼ਾ ਯਾਤਰਾ ਪਾਬੰਦੀ ਤੋਂ ਪ੍ਰਭਾਵਿਤ ਅਫਗਾਨਿਸਤਾਨ, ਮਿਆਂਮਾਰ, ਚਾਡ, ਕਾਂਗੋ ਗਣਰਾਜ, ਇਕੁਆਟੋਰੀਅਲ, ਇਸ ਤੋਂ ਇਲਾਵਾ ਐਰੀਟਰੀਆ, ਹੈਤੀ, ਈਰਾਨ, ਲੀਬੀਆ, ਸੋਮਾਲੀਆ, ਸੁਡਾਨ ਅਤੇ ਯਮਨ ਦੇਸ਼ ਸ਼ਾਮਲ ਹਨ। ਇਸ ਦੇ ਨਾਲ ਹੀ ਬੁਰੂੰਡੀ, ਕਿਊਬਾ, ਲਾਓਸ, ਸੀਅਰਾ ਲਿਓਨ, ਟੋਗੋ ਅਤੇ ਤੁਰਕਮੈਨਿਸਤਾਨ ਅਤੇ ਵੈਨਜ਼ੂਏਲਾ ਦੇ ਲੋਕਾਂ ਦੇ ਦਾਖਲੇ ਤੇ ਅੰਸ਼ਕ ਤੌਰ ਤੇ ਪਾਬੰਦੀ ਹੋਵੇਗੀ। ਟਰੰਪ ਨੇ ਕਿਹਾ ਕਿ ਜਿਨ੍ਹਾਂ ਦੇਸ਼ਾਂ ਤੇ ਸਖਤ ਪਾਬੰਦੀਆਂ ਲੱਗੀਆਂ ਹਨ ਉਹ ਵੱਡੇ ਪੱਧਰ ਤੇ ਅੱਤਵਾਦੀ ਮੌਜੂਦਗੀ ਨੂੰ ਪਨਾਹ ਦੇਣ ਲਈ ਬਦਨਾਮ ਹਨ। ਨਵੀਂ ਘੋਸ਼ਣਾ ਜਿਸ ਤੇ ਟਰੰਪ ਨੇ ਬੁੱਧਵਾਰ ਨੂੰ ਦਸਤਖਤ ਕੀਤੇ ਸਨ, 7 ਹੋਰ ਦੇਸ਼ਾਂ ਦੇ ਲੋਕਾਂ ਤੇ ਵੀ ਨਵੀਆਂ ਯਾਤਰਾ ਪਾਬੰਦੀਆਂ ਲਗਾਉਂਦੀਆਂ ਹਨ ਜੋ ਅਮਰੀਕਾ ਤੋਂ ਬਾਹਰ ਹਨ ਅਤੇ ਜਿਨ੍ਹਾਂ ਦੇ ਕੋਲ ਵੈਧ ਵੀਜ਼ਾ ਨਹੀਂ ਹੈ। ਇਸ ਸਬੰਧ ਵਿੱਚ ਸ਼ੁੱਕਰਵਾਰ ਨੂੰ ਸਾਰੇ ਅਮਰੀਕੀ ਕੂਟਨੀਤਿਕ ਮਿਸ਼ਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ। ਇਹ ਨਵੀਆਂ ਪਾਬੰਦੀਆਂ ਸੂਚੀ ਵਿੱਚ ਸ਼ਾਮਲ ਦੇਸ਼ਾਂ ਦੇ ਲੋਕਾਂ ਨੂੰ ਪਹਿਲਾਂ ਜਾਰੀ ਕੀਤੇ ਗਏ ਵੀਜ਼ੇ ਰੱਦ ਨਹੀਂ ਕਰਨਗੀਆਂ। ਹਾਲਾਂਕਿ ਜਦੋਂ ਤੱਕ ਕੋਈ ਬਿਨੇਕਾਰ ਪਾਬੰਦੀ ਤੋਂ ਛੋਟ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ, ਉਸ ਦੀ ਅਰਜ਼ੀ ਸੋਮਵਾਰ ਤੋਂ ਰੱਦ ਕਰ ਦਿੱਤੀ ਜਾਵੇਗੀ। ਰਾਸ਼ਟਰਪਤੀ ਟਰੰਪ ਦਾ ਕਹਿਣਾ ਹੈ ਕਿ ਇਨ੍ਹਾਂ ਦੇਸ਼ਾਂ ਵਿੱਚ ਅੱਤਵਾਦ ਦਾ ਵੱਡਾ ਖਤਰਾ ਹੈ। ਇਹ ਦੇਸ਼ ਵੀਜ਼ਾ ਸੁਰੱਖਿਆ ਵਿੱਚ ਸਹਿਯੋਗ ਨਹੀਂ ਕਰਦੇ, ਯਾਤਰੀਆਂ ਦੀ ਪਛਾਣ ਦੀ ਪੁਸ਼ਟੀ ਕਰਨ ਵਿੱਚ ਅਸਮਰਥ ਹਨ, ਅਪਰਾਧੀ ਮਾਮਲਿਆਂ ਅਤੇ ਵੀਜ਼ਾ ਦੀ ਮਿਆਦ ਸੰਬੰਧੀ ਮਾਮਲਿਆਂ ਵਿੱਚ ਲਾਪਰਵਾਹੀ ਵਰਤਦੇ ਹਨ। ਚਾਡ ਦੇ ਰਾਸ਼ਟਰਪਤੀ ਮੁਹੰਮਦ ਇਦਰੀਸ ਡੈਬੀ ਨੇ ਆਪਣੇ ਦੇਸ਼ ਦੀ ਸਰਕਾਰ ਨੂੰ ਅਮਰੀਕਾ ਨਾਗਰਿਕਾਂ ਨੂੰ ਵੀਜ਼ਾ ਦੇਣਾ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਆਪਣੇ ਪਹਿਲੇ ਕਾਰਜਕਾਲ ਦੌਰਾਨ ਟਰੰਪ ਨੇ ਜਨਵਰੀ 2017 ਦੇ ਵਿੱਚ ਵੀ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਸੀ, ਜਿਸ ਵਿੱਚ 7 ਮੁਸਲਿਮ ਪ੍ਰਮੁੱਖ ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕਾ ਦੀ ਯਾਤਰਾ ਕਰਨ ਤੋਂ ਰੋਕਿਆ ਗਿਆ ਸੀ। ਇਹ ਦੇਸ਼ ਇਰਾਕ, ਸੀਰੀਆ, ਈਰਾਨ, ਸੁਡਾਨ, ਲੀਬੀਆ, ਸੋਮਾਲੀਆ ਅਤੇ ਯਮਨ ਸਨ। ਟਰੰਪ ਦੀਆਂ ਇਨ੍ਹਾਂ ਪਾਬੰਦੀਆਂ ਦੇ ਜਵਾਬ ਵਿੱਚ ਚਾਡ ਦੇ ਰਾਸ਼ਟਰਪਤੀ ਮੁਹੰਮਦ ਨੇ
ਆਪਣੇ ਦੇਸ਼ ਦੀ ਸਰਕਾਰ ਨੂੰ ਅਮਰੀਕਾ ਨਾਗਰਿਕਾਂ ਨੂੰ ਵੀਜ਼ਾ ਦੇਣਾ ਬੰਦ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਸਮੇਂ ਉੱਤਰੀ ਭਾਰਤ 'ਚ ਗਰਮੀ ਰੱਜ ਕੇ ਆਪਣਾ ਪ੍ਰਕੋਪ ਦਿਖਾ ਰਹੀ ਹੈ। ਜਿੱਥੇ ਪੰਜਾਬ, ਦਿੱਲੀ ਤੇ ਹਰਿਆਣਾ 'ਚ ਲੂ ਨਾਲ ਹਾਲ ਬੇਹਾਲ ਹੋਇਆ ਪਿਆ ਹੈ, ਉੱਥੇ ਹੀ ਬੀਤੇ ਦਿਨ ਰਾਜਸਥਾਨ ਦਾ ਸ਼੍ਰੀ ਗੰਗਾਨਗਰ ਸ਼ਹਿਰ 47.4 ਡਿਗਰੀ ਸੈਲਸੀਅਸ ਤਾਪਮਾਨ ਨਾਲ ਦੇਸ਼ ਦਾ ਸਭ ਤੋਂ ਗਰਮ ਰਿਹਾ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ 48 ਡਿਗਰੀ ਤੱਕ ਪਹੁੰਚਣ ਦੀ ਚੇਤਾਵਨੀ ਦਿੱਤੀ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਵੀ ਦਿੱਤੀ ਹੈ। ਉੱਥੇ ਹੀ ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਦੇ ਉਹਨਾਂ 'ਚ ਤਾਪਮਾਨ 41 ਡਿਗਰੀ ਨੂੰ ਪਾਰ ਕਰ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 4 ਦਿਨਾਂ ਤੱਕ ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ, ਜਿਸ ਨਾਲ ਤਾਪਮਾਨ 'ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਪਰ 13 ਜੂਨ ਤੋਂ ਮੌਸਮ ਕਰਵਟ ਬਦਲੇਗਾ ਅਤੇ 13 ਤੋਂ 14 ਜੂਨ ਨੂੰ ਵੱਖ-ਵੱਖ ਥਾਵਾਂ ਤੇ ਬਿਜਲੀ ਚਮਕਣ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਕਾਰਨ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਮੌਸਮ ਨੂੰ ਲੈ ਕੇ ਆਉਣ ਵਾਲੇ ਦਿਨਾਂ ਲਈ ਵਿਭਾਗ ਵੱਲੋਂ ਵੱਡੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਲਈ ਲੂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ 9, 10 ਅਤੇ 11 ਜੂਨ ਲਈ ਲੂ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ। ਮੌਸਮ ਵਿਭਾਗ ਵੱਲੋਂ 9 ਜੂਨ ਤੋਂ 11 ਜੂਨ ਤੱਕ ਫਾਜ਼ਿਲਕਾ, ਮੁਕਤਸਰ ਸਾਹਿਬ, ਫਰੀਦਕੋਟ, ਮੋਗਾ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਗਰਮ ਹਵਾ ਦਾ ਪ੍ਰਭਾਵ ਵੇਖਿਆ ਜਾ ਸਕਦਾ ਹੈ। ਇਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਧੁੱਪ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਗਰਭਵਤੀ ਔਰਤਾਂ ਤੇ ਬਜ਼ੁਰਗਾਂ ਨੂੰ ਵਿਭਾਗ ਵੱਲੋਂ ਆਪਣਾ ਖਾਸ ਖਿਆਲ ਰੱਖਣ ਅਤੇ ਵਾਰ-ਵਾਰ ਪਾਣੀ ਪੀਣ ਦੀ ਸਲਾਹ ਵੀ ਦਿੱਤੀ ਗਈ ਹੈ ਤਾਂ ਜੋ ਗਰਮੀ ਤੋਂ ਬਚਿਆ ਜਾ ਸਕੇ। ਦੱਸਣਯੋਗ ਹੈ ਕਿ ਆਮ ਤੌਰ ਤੇ ਮੌਨਸੂਨ 30 ਜੂਨ ਤੋਂ 5 ਜੁਲਾਈ ਦੇ ਵਿਚਕਾਰ ਪੰਜਾਬ ਨੂੰ ਕਵਰ ਕਰ ਲੈਂਦਾ ਹੈ, ਪਰ ਇਸ ਵਾਰ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਪੰਜਾਬ 'ਚ ਮੌਨਸੂਨ ਜਲਦੀ ਆ ਜਾਵੇਗਾ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲ ਸਕਦੀ ਹੈ। ਉੱਥੇ ਜੇਕਰ ਪਿਛਲੇ 24 ਘੰਟੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਵਿੱਚ 41 ਡਿਗਰੀ, ਜਲੰਧਰ ਦੇ ਵਿੱਚ 39 ਡਿਗਰੀ, ਲੁਧਿਆਣਾ ਵਿੱਚ 40 ਡਿਗਰੀ, ਪਟਿਆਲਾ ਵਿੱਚ 40.0 ਡਿਗਰੀ, ਪਠਾਨਕੋਟ ਦੇ ਵਿੱਚ ਵੀ 40.5 ਡਿਗਰੀ, ਬਠਿੰਡਾ ਦੇ ਵਿੱਚ 42 ਡਿਗਰੀ, ਫਾਜ਼ਿਲਕਾ ਦੇ ਵਿੱਚ 40.8 ਡਿਗਰੀ ਟੈਂਪਰੇਚਰ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ਵਿੱਚ ਸੂਬੇ ਵਿੱਚ ਤਾਪਮਾਨ ਵਿੱਚ ਹੋਰ ਵਾਧਾ ਵੇਖਣ ਨੂੰ ਮਿਲੇਗਾ। ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਸਿਹਤ ਵਿਭਾਗ ਦੇ ਅਨੁਸਾਰ ਜਨਵਰੀ 2025 ਤੋਂ ਹੁਣ ਤੱਕ 11 ਸੂਬਿਆਂ ਵਿੱਚ ਕੋਰੋਨਾ ਕਾਰਨ 65 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਵਿੱਚੋਂ 58 ਮੌਤਾਂ ਪਿਛਲੇ 10 ਦਿਨਾਂ ਵਿੱਚ ਹੋਈਆਂ ਹਨ। ਇੱਕ ਹਫ਼ਤੇ ਤੋਂ ਔਸਤਨ ਹਰ ਰੋਜ਼ 5 ਜਾਂ 6 ਲੋਕ ਮਰ ਰਹੇ ਹਨ। ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 6133 ਤੱਕ ਪਹੁੰਚ ਗਈ ਹੈ। ਕੇਰਲ ਵਿੱਚ ਸਭ ਤੋਂ ਵੱਧ 1950 ਮਾਮਲੇ ਹਨ। ਇਸ ਤੋਂ ਬਾਅਦ ਗੁਜਰਾਤ ਦੇ ਵਿੱਚ 822, ਪੱਛਮੀ ਬੰਗਾਲ ਵਿੱਚ 693 ਅਤੇ ਦਿੱਲੀ ਵਿੱਚ 686 ਸਰਗਰਮ ਮਾਮਲੇ ਹਨ। ਹਰ ਰੋਜ਼ ਲਗਭਗ 490 ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਵਿਭਾਗ ਦੇ ਅਧਿਕਾਰਤ ਸੂਤਰ ਦੇ ਅਨੁਸਾਰ ਕੇਂਦਰ ਸਰਕਾਰ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਤਿਆਰੀ ਲਈ ਮੌਕ ਡਰਿਲ ਕਰ ਰਹੀ ਹੈ। ਸਾਰੇ ਸੂਬਿਆਂ ਨੂੰ ਆਕਸੀਜਨ, ਆਈਸੋਲੇਸ਼ਨ ਬੈੱਡ, ਵੈਂਟੀਲੇਟਰ ਅਤੇ ਜ਼ਰੂਰੀ ਦਵਾਈਆਂ ਲਈ ਢੁਕਵੇਂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅਮਰੀਕਾ ਨੇ 2015 ਦੇ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਨੇਪਾਲ ਨੂੰ ਦਿੱਤਾ ਗਿਆ ਅਸਥਾਈ ਸੁਰੱਖਿਅਤ ਦਰਜਾ ਯਾਨੀ ਕਿ TPS ਖਤਮ ਕਰ ਦਿੱਤਾ ਹੈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਸ਼ਨੀਵਾਰ ਨੂੰ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਸੀ ਕਿ ਇਸ ਸਾਲ 24 ਜੂਨ ਨੂੰ TPS ਦੀ ਮਿਆਦ ਖਤਮ ਹੋਣ ਤੋਂ ਬਾਅਦ ਇਸ ਨੂੰ ਨੇਪਾਲ ਲਈ ਨਹੀਂ ਵਧਾਇਆ ਜਾਵੇਗਾ। ਇਸ ਦੇ ਇਲਾਵਾ ਹਿਮਾਲਯਨ ਟਾਈਮਜ਼ ਵਿੱਚ ਪ੍ਰਕਾਸ਼ਿਤ ਖਬਰ ਅਨੁਸਾਰ ਅਮਰੀਕੀ ਗ੍ਰਹਿ ਸਕੱਤਰ ਕ੍ਰਿਸਟੀ ਨੋਏਮ ਨੇ ਇਸ ਬਾਰੇ ਕਿਹਾ ਹੈ ਕਿ ਲਾਭਪਾਤਰੀਆਂ ਨੂੰ ਮਿਆਦ ਖਤਮ ਹੋਣ ਤੋਂ ਬਾਅਦ 5 ਅਗਸਤ ਤੱਕ 60 ਦਿਨ ਦਿੱਤੇ ਜਾਣਗੇ। TPS ਨਿਰਧਾਰਤ ਦੇਸ਼ਾਂ ਦੇ ਪ੍ਰਵਾਸੀਆਂ ਨੂੰ ਬਿਨਾਂ ਕਿਸੇ ਹੋਰ ਕਾਨੂੰਨੀ ਸਥਿਤੀ ਦੇ 18 ਮਹੀਨਿਆਂ ਲਈ ਅਮਰੀਕਾ ਵਿੱਚ ਰਹਿਣ ਦੀ ਆਗਿਆ ਦਿੰਦਾ ਹੈ ਅਤੇ ਸਮਾਜਿਕ ਸਥਿਤੀਆਂ ਕਾਰਨ ਸੁਰੱਖਿਅਤ ਵਾਪਸੀ ਵਿੱਚ ਰੁਕਾਵਟ ਆਉਣ ਤੇ ਕਾਨੂੰਨੀ ਤੌਰ ਤੇ ਕੰਮ ਕਰਨ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ। ਨੇਪਾਲ ਨੂੰ ਪਹਿਲੀ ਵਾਰ 24 ਜੂਨ 2015 ਨੂੰ 18 ਮਹੀਨਿਆਂ ਦੀ ਮਿਆਦ ਲਈ TPS ਲਈ ਇੱਕ ਨਾਮਜ਼ਦ ਕੀਤਾ ਗਿਆ ਸੀ। ਇੱਕ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਜਿਸ ਦੇ ਨਤੀਜੇ ਵਜੋਂ ਜੀਵਨ ਪੱਧਰ ਵਿੱਚ ਮਹੱਤਵਪੂਰਨ ਪਰ ਅਸਥਾਈ ਵਿਘਨ ਪਿਆ ਸੀ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ 26 ਅਕਤੂਬਰ 2016 ਨੂੰ ਇਸ ਦਰਜੇ ਨੂੰ ਹੋਰ 18 ਮਹੀਨਿਆਂ ਲਈ ਵਧਾ ਦਿੱਤਾ ਸੀ ਅਤੇ ਉਦੋਂ ਤੋਂ ਇਸ ਨੂੰ ਕਈ ਵਾਰ ਵਧਾਇਆ ਜਾ ਚੁੱਕਿਆ ਹੈ। ਰਿਪੋਰਟ ਅਨੁਸਾਰ ਲਗਭਗ 12,700 ਨੇਪਾਲੀ ਨਾਗਰਿਕਾਂ ਨੂੰ ਇਹ ਦਰਜਾ ਪ੍ਰਾਪਤ ਹੋਇਆ, ਜਿਨ੍ਹਾਂ ਵਿੱਚ 5,500 ਤੋਂ ਵੱਧ ਅਮਰੀਕਾ ਦੇ ਕਾਨੂੰਨੀ ਸਥਾਈ ਨਿਵਾਸੀ ਬਣ ਗਏ ਹਨ। ਹਾਲਾਂਕਿ ਸਥਿਤੀ ਦੀ ਮਿਆਦ ਪੁੱਗਣ ਨਾਲ 7,000 ਤੋਂ ਵੱਧ ਨੇਪਾਲੀਆਂ ਨੂੰ ਘਰ ਵਾਪਸ ਜਾਣ ਲਈ ਮਜਬੂਰ ਹੋਣਾ ਪਵੇਗਾ। ਦਹਾਕਿਆਂ ਪੁਰਾਣੀ ਅਖਾਣ ਹੈ ਕਿ ਕਾਬੁਲ 'ਚ ਕੀ ਖੋਤੇ ਨਹੀਂ ਹੁੰਦੇ। ਹੁਣ ਪਾਕਿਸਤਾਨ ਨੂੰ ਲੈ ਕੇ ਅਖਾਣ ਮਸ਼ਹੂਰ ਹੋ ਰਹੀ ਹੈ। ਪਾਕਿਸਤਾਨ 'ਚ ਚੰਗੀ ਕਿਸਮ ਦੇ ਖੋਤੇ ਪਾਏ ਜਾਂਦੇ ਹਨ। ਚੀਨ 'ਚ ਵਧੀ ਮੰਗ ਨੇ ਬੀਤੇ ਕੁਝ ਸਾਲਾਂ 'ਚ ਇਨ੍ਹਾਂ ਖੋਤਿਆਂ ਦੀ ਕੀਮਤ ਕਾਫੀ ਵਧਾ ਦਿੱਤੀ ਹੈ।
ਉੱਥੋਂ ਦੀਆਂ ਕੁਝ ਰਵਾਇਤੀ ਦਵਾਈਆਂ ਨੂੰ ਬਣਾਉਣ 'ਚ ਇਨ੍ਹਾਂ ਖੋਤਿਆਂ ਦੇ ਅੰਗਾਂ ਦੀ ਵਰਤੋਂ ਹੁੰਦੀ ਹੈ। ਇਸ ਲਈ ਹਾਲ ਹੀ ਦੇ ਸਾਲਾਂ 'ਚ ਵੱਡੀ ਗਿਣਤੀ 'ਚ ਪਾਕਿਸਤਾਨੀ ਖੋਤੇ ਚੀਨ ਭੇਜੇ ਗਏ ਹਨ। ਬਦਹਾਲੀ 'ਚ ਖੋਤਿਆਂ ਦਾ ਵਪਾਰ ਵਿਦੇਸ਼ੀ ਕਰੰਸੀ ਕਮਾਉਣ ਵਾਲਾ ਵੱਡਾ ਧੰਦਾ ਬਣ ਕੇ ਉਭਰਿਆ ਹੈ। ਭਾਰਤੀ ਉਪ ਮਹਾਦੀਪ 'ਚ ਹਮੇਸ਼ਾ ਨਫ਼ਰਤ ਦੀ ਨਜ਼ਰ ਨਾਲ ਦੇਖੇ ਗਏ ਖੋਤਿਆਂ ਦੀ ਕੀਮਤ ਵਧਣ ਦਾ ਫਾਇਦਾ ਕੁਝ ਲੋਕਾਂ ਨੂੰ ਤਾਂ ਹੋਇਆ, ਪਰ ਅਬਦੁਲ ਰਸ਼ੀਦ ਵਰਗੇ ਲੋਕ ਮੁਸ਼ਕਲ ਵਿੱਚ ਫਸ ਗਏ। ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਨੇੜੇ ਪੇਂਡੂ ਇਲਾਕੇ ਦੇ ਨਿਵਾਸੀ ਰਸ਼ੀਦ ਦਾ ਖੋਤਾ ਟਾਈਗਰ ਪਿਛਲੇ ਦਿਨੀ ਹਾਦਸੇ ਦਾ ਸ਼ਿਕਾਰ ਹੋ ਕੇ ਮਰ ਗਿਆ। ਰਸ਼ੀਦ ਲਈ ਟਾਈਗਰ ਰੋਜ਼ੀ ਰੋਟੀ ਕਮਾਉਣ ਦਾ ਮੁੱਖ ਸੋਮਾ ਸੀ। ਕੁਝ ਦਿਨ ਦੁਖੀ ਤੇ ਪਰੇਸ਼ਾਨ ਰਹਿਣ ਤੋਂ ਬਾਅਦ ਰਸ਼ੀਦ ਜਦੋਂ ਬਾਜ਼ਾਰ 'ਚ ਨਵਾਂ ਖੋਤਾ ਖਰੀਦਣ ਗਿਆ ਤਾਂ ਸਮਾਂ ਬਦਲ ਜਾਣ ਦਾ ਅਹਿਸਾਸ ਹੋਇਆ। 8 ਸਾਲ ਪਹਿਲਾਂ ਟਾਈਗਰ ਨੂੰ 30,000 ਰੁਪਏ 'ਚ ਖਰੀਦ ਕੇ ਲਿਆਏ ਰਸ਼ੀਦ ਨੂੰ ਹੁਣ ਉਸੇ ਕੱਦ ਕਾਠੀ ਦਾ ਖੋਤਾ 2 ਲੱਖ ਰੁਪਏ 'ਚ ਮਿਲ ਰਿਹਾ ਸੀ। ਇਹ ਰਕਮ ਰਸ਼ੀਦ ਲਈ ਬਹੁਤ ਜ਼ਿਆਦਾ ਸੀ। ਕੀਮਤ ਤੈਅ ਕਰਨ ਦੀ ਕੋਸ਼ਿਸ਼ 'ਚ ਪਤਾ ਲੱਗਾ ਕਿ ਚੀਨ 'ਚ ਵੱਧ ਰਹੀ ਮੰਗ ਦੇ ਚੱਲਦੇ ਪਾਕਿਸਤਾਨੀ ਖੋਤਿਆਂ ਦੀ ਕੀਮਤ ਹਰ ਮਹੀਨੇ ਵੱਧ ਰਹੀ ਹੈ। ਇਸ ਲਈ ਉਹਨਾਂ ਨੂੰ ਸਸਤੇ ਖੋਤੇ ਮਿਲਣ ਦੀ ਉਮੀਦ ਛੱਡ ਦੇਣੀ ਚਾਹੀਦੀ ਹੈ। ਰਸ਼ੀਦ ਹੁਣ ਕਿਸੇ ਦੂਜੇ ਕੰਮ ਦੇ ਜੁਗਾੜ 'ਚ ਲੱਗਾ ਹੋਇਆ ਹੈ। ਇਥੋਪੀਆ ਤੇ ਸੁਡਾਨ ਤੋਂ ਬਾਅਦ ਦੁਨੀਆ 'ਚ ਪਾਕਿਸਤਾਨ ਅਜਿਹਾ ਦੇਸ਼ ਹੈ ਜਿੱਥੇ ਲੱਖਾਂ ਲੋਕ ਖੋਤਿਆਂ ਤੇ ਮਾਲ ਜਾਂ ਲੋਕਾਂ ਨੂੰ ਢੋ ਜਾਂ ਉਸਦੀ ਖੇਤੀ ਦੇ ਕੰਮ ਦੀ ਵਰਤੋਂ ਕਰਕੇ ਰੋਜ਼ੀ ਰੋਟੀ ਕਮਾਉਂਦੇ ਹਨ। ਇੱਕ ਅੰਦਾਜ਼ੇ ਅਨੁਸਾਰ ਪਾਕਿਸਤਾਨ 'ਚ ਅੰਦਾਜ਼ਨ 60 ਲੱਖ ਲੋਕ ਖੋਤਿਆਂ ਦੇ ਨਾਲ ਹੋਣ ਵਾਲੀ ਰੋਜ਼ਾਨਾ ਦੀ ਆਮਦਨ ਨਾਲ ਜ਼ਿੰਦਗੀ ਗੁਜ਼ਾਰ ਰਹੇ ਹਨ। ਅਜਿਹੇ ਲੋਕਾਂ ਲਈ ਖੋਤਿਆਂ ਦੀ ਵੱਧਦੀ ਕੀਮਤ ਮੁਸ਼ਕਲਾਂ ਭਰੀਆਂ ਦੌਰ ਪੈਦਾ ਕਰ ਸਕਦੀ ਹੈ। ਚੀਨ 'ਚ ਵੱਧਦੀ ਖੁਸ਼ਹਾਲੀ ਨੇ ਉੱਥੇ ਰਵਾਇਤੀ ਦਵਾਈ ਈਜ਼ੀਆਊ ਦੀ ਖਪਤ ਵਧਾ ਦਿੱਤੀ। ਅਜਿਹੀ ਇੱਕ ਦਵਾਈ 'ਚ ਖੋਤਿਆਂ ਦੀ ਖਾਲ ਦੀ ਵਰਤੋਂ ਹੁੰਦੀ ਹੈ। ਇਸ ਲਈ ਹੁਣ ਚੀਨ 'ਚ ਦੁਨੀਆ ਭਰ ਤੋਂ ਖੋਤੇ ਮੰਗਵਾਏ ਜਾ ਰਹੇ ਹਨ ਕਿਉਂਕਿ ਪਾਕਿਸਤਾਨ ਨੇੜੇ ਹੈ ਤੇ ਉੱਥੋਂ ਦੇ ਖੋਤਿਆਂ ਦੀ ਚਮੜੀ ਦਵਾਈ ਬਣਾਉਣ ਵਾਲਿਆਂ ਨੂੰ ਗੁਣਵੱਤਾ ਦੀ ਨਜ਼ਰ ਨਾਲ ਬਿਹਤਰ ਲੱਗ ਰਹੀ ਹੈ। ਇਸ ਲਈ ਹਾਲ ਹੀ ਦੇ ਸਾਲਾਂ 'ਚ ਵੱਡੀ ਗਿਣਤੀ 'ਚ ਪਾਕਿਸਤਾਨ ਤੋਂ ਚੀਨ ਨੇ ਖੋਤੇ ਖਰੀਦੇ ਹਨ। ਇਸ ਦੇ ਸਿੱਟਾ ਹੈ ਕਿ ਪਾਕਿਸਤਾਨ 'ਚ ਖੋਤਿਆਂ ਦੀ ਕੀਮਤ ਵਧ ਰਹੀ ਹੈ ਤੇ ਅਬਦੁਲ ਰਸ਼ੀਦ ਵਰਗੇ ਸੈਂਕੜੇ ਲੋਕ ਇਸ ਦੀ ਖਮਿਆਜ਼ਾ ਭੁਗਤ ਰਹੇ ਹਨ। ਵਿਆਹ ਮਗਰੋਂ ਆਪਣੀ ਪਤਨੀ ਨਾਲ ਹਨੀਮੂਨ ਲਈ ਮੇਘਾਲਿਆ ਗਏ ਇੰਦੌਰ ਦੇ ਨੌਜਵਾਨ ਨੂੰ ਉਸਦੀ ਪਤਨੀ ਨੇ ਹੀ ਮਾਰ ਦਿੱਤਾ। ਇਹ ਖਬਰ ਕਾਫੀ ਸਮੇਂ ਤੋਂ ਚਰਚਾ ਦੇ ਵਿੱਚ ਸੀਗੀ, ਜਿਸ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਦੋਨੋਂ ਜੋ ਹਸਬੈਂਡ ਵਾਈਫ ਹੈ ਉਹ ਲਾਪਤਾ ਸੀਗੇ, ਜਿਸ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਉਸ ਨੌਜਵਾਨ ਨੂੰ ਉਸਦੀ ਪਤਨੀ ਨੇ ਮਾਰਿਆ। ਇਸ ਕੰਮ ਲਈ ਉਸਨੇ ਕਿਰਾਏ ਤੇ 4 ਕਾਤਲਾਂ ਦੀ ਮਦਦ ਲਈ। ਦੱਸ ਦਈਏ ਕਿ ਜੋੜੇ ਨੇ 11 ਮਈ ਨੂੰ ਵਿਆਹ ਕਰਵਾਇਆ ਸੀ ਤੇ 31 ਮਈ ਨੂੰ ਉਹ ਹਨੀਮੂਨ ਲਈ ਮੇਘਾਲਿਆ ਦੀ ਰਾਜਧਾਨੀ ਸ਼ਿਲੋਂਗ ਪਹੁੰਚੇ ਸਨ। ਇਸ ਮਗਰੋਂ ਇਹ ਜੋੜਾ ਲਾਪਤਾ ਹੋ ਗਿਆ ਸੀ, ਪਰ ਹੁਣ ਇਸ ਮਾਮਲੇ ਵਿੱਚ ਸਨਸਨੀਖੇਜ ਖੁਲਾਸੇ ਹੋਏ ਹਨ। ਮੇਘਾਲਿਆ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਆਈ ਨੋਂਗਰਾਂਗ ਨੇ ਸੋਮਵਾਰ ਨੂੰ ਕਿਹਾ ਕਿ ਇੰਦੌਰ ਦੇ ਰਾਜਾ ਰਘੁਵੰਸ਼ੀ ਨੂੰ ਮੇਘਾਲਿਆ ਵਿੱਚ ਉਸਦੀ ਪਤਨੀ ਨੇ ਕਾਤਲਾਂ ਨੂੰ ਕਿਰਾਏ ਤੇ ਲੈ ਕੇ ਮਰਵਾ ਦਿੱਤਾ। ਡੀਜੀਪੀ ਨੇ ਕਿਹਾ ਕਿ ਰਾਜਾ ਦੀ ਪਤਨੀ ਸੋਨਮ ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਵਿੱਚ ਪੁਲਿਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ, ਜਦਕਿ 3 ਹੋਰ ਹਮਲਾਵਰਾਂ ਨੂੰ ਰਾਤ ਭਰ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਨੇ ਕਿਹਾ ਇੱਕ ਵਿਅਕਤੀ ਨੂੰ ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ 2 ਹੋਰ ਮੁਲਜ਼ਮਾਂ ਨੂੰ ਵਿਸ਼ੇਸ਼ ਜਾਂਚ ਟੀਮ ਨੇ ਇੰਦੌਰ ਤੋਂ ਗ੍ਰਿਫਤਾਰ ਕੀਤਾ ਸੀ। ਨੋਂਗਰਾਂਗ ਨੇ ਕਿਹਾ ਕਿ ਸੋਨਮ ਨੇ ਉੱਤਰ ਪ੍ਰਦੇਸ਼ ਦੇ ਨੰਦਗੰਜ ਪੁਲਿਸ ਸਟੇਸ਼ਨ ਵਿੱਚ ਆਤਮ ਸਮਰਪਣ ਕਰ ਦਿੱਤਾ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਡੀਜੀਪੀ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੇ ਖੁਲਾਸਾ ਕੀਤਾ ਕਿ ਸੋਨਮ ਨੇ ਰਘੁਵੰਸ਼ੀ ਨੂੰ ਮਾਰਨ ਲਈ ਉਹਨਾਂ ਨੂੰ ਕਿਰਾਏ ਤੇ ਲਿਆ ਸੀ। ਉਹਨਾਂ ਨੇ ਕਿਹਾ ਮੱਧ ਪ੍ਰਦੇਸ਼ ਵਿੱਚ ਅਪਰਾਧ ਵਿੱਚ ਸ਼ਾਮਲ ਕੁਝ ਹੋਰ ਲੋਕਾਂ ਨੂੰ ਫੜਨ ਲਈ ਕਾਰਵਾਈ ਅਜੇ ਵੀ ਜਾਰੀ ਹੈ। ਮੇਘਾਲਿਆ ਦੇ ਮੁੱਖ ਮੰਤਰੀ ਨੇ ਰਾਜ ਅਤੇ ਦੇਸ਼ ਨੂੰ ਹਿਲਾ ਦੇਣ ਵਾਲੇ ਮਾਮਲੇ ਨੂੰ ਹੱਲ ਕਰਨ ਲਈ ਪੁਲਿਸ ਦੀ ਪ੍ਰਸ਼ੰਸਾ ਕੀਤੀ। ਉਹਨਾਂ ਨੇ ਐਕਸ ਤੇ ਪੋਸਟ ਕੀਤਾ ਅਤੇ ਕਿਹਾ ਕਿ 7 ਦਿਨਾਂ ਦੇ ਅੰਦਰ ਮੇਘਾਲਿਆ ਪੁਲਿਸ ਨੇ ਰਾਜਾ ਕਤਲ ਕੇਸ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਮੱਧ ਪ੍ਰਦੇਸ਼ ਦੇ 3 ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਔਰਤ ਨੇ ਆਤਮ ਸਮਰਪਣ ਕਰ ਦਿੱਤਾ ਹੈ ਅਤੇ ਇੱਕ ਹੋਰ ਹਮਲਾਵਰ ਨੂੰ ਫੜਨ ਦੀ ਭਾਲ ਅਜੇ ਵੀ ਜਾਰੀ ਹੈ। ਇਟਲੀ ਦੇ ਲੋਕਾਂ ਨੇ ਐਤਵਾਰ ਨੂੰ 2 ਦਿਨਾਂ ਦੇ ਜਨਮਤ ਸੰਗ੍ਰਹਿ ਵਿੱਚ ਵੋਟ ਪਾਈ। ਇਸ VOTING ਨਾਲ ਇਟਲੀ ਵਿੱਚ ਪੈਦਾ ਹੋਏ ਵਿਦੇਸ਼ੀਆਂ ਦੇ ਬੱਚਿਆਂ ਲਈ ਨਾਗਰਿਕਤਾ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ ਅਤੇ ਨੌਕਰੀ ਦੀ ਸੁਰੱਖਿਆ ਵਧੇਰੇ ਹੋਵੇਗੀ। ਪਰ ਘੱਟ ਜਨਤਕ ਜਾਗਰੂਕਤਾ ਕਾਰਨ ਵੋਟ ਨੂੰ ਅਵੈਧ ਘੋਸ਼ਿਤ ਕੀਤਾ ਜਾ ਸਕਦਾ ਹੈ। ਨਾਗਰਿਕਤਾ ਕਾਨੂੰਨ ਵਿੱਚ ਬਦਲਾਅ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਦੇਸ਼ ਵਿੱਚ ਪੈਦਾ ਹੋਏ ਦੂਜੀ ਪੀੜ੍ਹੀ ਦੇ ਇਟਾਲੀਅਨਸ ਨੂੰ ਗੈਰ ਯੂਰਪੀ ਮਾਪਿਆਂ ਦੇ ਬੱਚਿਆਂ ਵਜੋਂ ਇੱਕ ਸੱਭਿਆਚਾਰਕ ਵਿੱਚ ਬਿਹਤਰ ਢੰਗ ਨਾਲ ਸ਼ਾਮਲ ਹੋਣ ਵਿੱਚ ਮਦਦ ਕਰੇਗਾ, ਜਿਸ ਨੂੰ ਉਹ ਪਹਿਲਾਂ ਹੀ ਆਪਣਾ ਮੰਨਦੇ ਹਨ। ਜੇਕਰ ਨਵਾਂ ਨਿਯਮ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਲਗਭਗ 25 ਲੱਖ ਵਿਦੇਸ਼ੀ ਨਾਗਰਿਕਾਂ ਨੂੰ ਫਾਇਦਾ ਹੋਵੇਗਾ ਜੋ ਅਜੇ ਵੀ ਨਾਗਰਿਕ ਵਜੋਂ ਮਾਨਤਾ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੇ ਹਨ। ਇਹ ਉਪਾਅ ਇਟਲੀ ਦੇ ਮੁੱਖ ਯੂਨੀਅਨ ਅਤੇ ਖੱਬੇ ਪੱਖੀ ਵਿਰੋਧੀ ਪਾਰਟੀਆਂ ਦੁਆਰਾ ਪ੍ਰਸਤਾਵਿਤ ਕੀਤੇ ਗਏ ਸਨ। ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨੇ ਕਿਹਾ ਕਿ ਉਹ ਪੋਲਿੰਗ ਸਟੇਸ਼ਨਾਂ ਤੇ ਜਾਵੇਗੀ ਪਰ ਵੋਟ ਨਹੀਂ ਦੇਵੇਗੀ। ਵਿਜੇ ਮਾਲਿਆ ਨੇ ਬਾਲੀਵੁੱਡ ਅਦਾਕਾਰ ਸਮੀਰਾ ਰੈਡੀ ਦੇ ਵਿਆਹ ਵਿੱਚ ਨਿਭਾਇਆ ਕੰਨਿਆਦਾਨ।
ਕਿਹਾ ਕਿ ਉਹ ਮੇਰੀ ਮਾਂ ਦੇ ਪੱਖ ਤੋਂ ਹੈ। ਵਿਜੇ ਮਾਲਿਆ ਦੇ ਜੋ ਅਕਸਰ ਆਪਣੇ ਵਿਵਾਦਾਂ ਤੇ ਨਿੱਜੀ ਜ਼ਿੰਦਗੀ ਕਰਕੇ ਖਬਰਾਂ ਵਿੱਚ ਰਹਿੰਦੇ ਨੇ, ਇੱਕ ਵਾਰ ਫਿਰ ਧਿਆਨ ਖਿੱਚਿਆ ਹੈ। ਆਰਸੀਬੀ ਦੀ ਆਈਪੀਐਲ ਜਿੱਤ ਤੋਂ ਬਾਅਦ ਯੂਕੇ ਵਿੱਚ ਜਸ਼ਨ ਮਨਾਉਂਦੇ ਹੋਏ ਮਾਲਿਆ ਦੇ ਨਾਲ ਜੁੜੀ ਇੱਕ ਹੈਰਾਨ ਕਰਨ ਵਾਲੀ ਕਹਾਣੀ ਸਾਹਮਣੇ ਆਈ ਹੈ। ਇਹ ਕਹਾਣੀ ਉਸ ਬਾਲੀਵੁੱਡ ਅਦਾਕਾਰ ਨਾਲ ਸੰਬੰਧਿਤ ਹੈ ਜਿਸ ਦੇ ਵਿਆਹ ਵਿੱਚ ਵਿਜੇ ਮਾਲਿਆ ਨੇ ਕੰਨਿਆਦਾਨ ਦੀ ਰਸਮ ਨਿਭਾਈ ਸੀ। ਇਹ ਅਦਾਕਾਰਾ ਕੋਈ ਹੋਰ ਨਹੀਂ ਬਲਕਿ ਸਮੀਰਾ ਰੈਡੀ ਹੈ। ਸਮੀਰਾ ਨੇ 2014 ਵਿੱਚ ਡੀਐਨਏ ਨਾਲ ਇੱਕ ਇੰਟਰਵਿਊ ਵਿੱਚ ਆਪਣੇ ਵਿਆਹ ਬਾਰੇ ਖੁਲਾਸਾ ਕੀਤਾ ਸੀ ਕਿ ਉਸ ਦਾ ਵਿਆਹ 21 ਜਨਵਰੀ 2014 ਨੂੰ ਅਕਸ਼ੇ ਵਰਦੇ ਨਾਲ ਮਹਾਰਾਸ਼ਟਰੀ ਰੀਤੀ ਰਿਵਾਜਾਂ ਦੇ ਅਨੁਸਾਰ ਹੋਇਆ ਸੀ। ਉਸਨੇ ਦੱਸਿਆ ਕਿ ਇਹ ਵਿਆਹ ਪਹਿਲਾਂ ਅਪ੍ਰੈਲ ਵਿੱਚ ਹੋਣਾ ਸੀ ਪਰ ਕੁਝ ਕਾਰਨਾਂ ਕਰਕੇ ਪਹਿਲਾਂ ਕਰਨਾ ਪਿਆ। ਸਮੀਰਾ ਨੇ ਕਿਹਾ ਕਿ ਸਿਰਫ ਵਿਜੇ ਮਾਲਿਆ ਜੋ ਮੇਰੀ ਮਾਂ ਦੇ ਪੱਖ ਤੋਂ ਰਿਸ਼ਤੇਦਾਰ ਹਨ, ਉਹਨਾਂ ਨੇ ਮੈਨੂੰ ਲਾੜੇ ਦੇ ਹਵਾਲੇ ਕੀਤਾ। ਇਹ ਕੰਨਿਆਦਾਨ ਦੀ ਰਸਮ ਹਿੰਦੂ ਵਿਆਹਾਂ ਵਿੱਚ ਇੱਕ ਰਵਾਇਤੀ ਪ੍ਰਥਾ ਹੈ ਜਿਸ ਵਿੱਚ ਲਾੜੀ ਦੇ ਪਰਿਵਾਰ ਵਾਲੇ ਉਸ ਨੂੰ ਲਾੜੇ ਦੇ ਹਵਾਲੇ ਕਰਦੇ ਹਨ। ਸਮੀਰਾ ਨੇ ਇਹ ਵੀ ਕਿਹਾ ਕਿ ਇਸ ਵਿਆਹ ਵਿੱਚ ਸਿਰਫ ਦੋਸਤ ਅਤੇ ਪਰਿਵਾਰਕ ਮੈਂਬਰ ਹੀ ਸ਼ਾਮਲ ਸਨ। ਇਸ ਖਬਰ ਨੇ ਪਹਿਲਾਂ ਵੀ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ ਕਿਉਂਕਿ ਵਿਜੇ ਮਾਲਿਆ ਦਾ ਨਾਮ ਅਕਸਰ ਕ੍ਰਿਕਟ ਅਤੇ ਅਭਿਨੇਤਰੀਆਂ ਦੇ ਨਾਲ ਜੁੜਦਾ ਰਹਿੰਦਾ ਹੈ। ਸਮੀਰਾ ਰੈਡੀ ਇਸ ਸਮੇਂ ਅਦਾਕਾਰੀ ਤੋਂ ਦੂਰ ਹੈ ਅਤੇ ਆਪਣੇ ਧਿਆਨ ਆਪਣੇ ਪਰਿਵਾਰ ਅਤੇ ਬੱਚਿਆਂ ਦੀ ਦੇਖਭਾਲ ਤੇ ਕੇਂਦਰਿਤ ਕਰ ਰਹੀ ਹੈ। ਉਸਨੇ ਆਪਣੇ ਕੈਰੀਅਰ ਵਿੱਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ ਅਤੇ ਆਪਣੀ ਸੁੰਦਰਤਾ ਅਤੇ ਦਲੇਰੀ ਲਈ ਵੀ ਜਾਣੀ ਜਾਂਦੀ ਸੀ। ਇਸ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੇਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਪੰਜਾਬ ਯੂਨੀਵਰਸਿਟੀ ਟੀਵੀ ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।